संधू साहब बहुत बहुत स्वागत है। सब तो पहला देखो सवाल एक ही है बहुत सारे सवालों के विचाले कि रिकवरी वाली गल पहला पॉइंट यह है कि वकील जो हायर होंगे ने किसी वड्डे केस के लिए सुप्रीम कोर्ट के जाने के लिए तो ਜਿਹੜੇ ਵਕੀਲਾਂ ਨੂੰ ਹਾਇਰ ਕਰਨ ਦਾ ਡਿਸੀਜਨ ਹੈ ਉਹ ਕੌਣ ਲੈਂਦਾ ਕਿ ਇਹ ਸਿਰਫ ਏਜੀ ਦੇ ਆਫਿਸ ਤੱਕ ਐਡਵੋਕੇਟ ਜਨਰਲ ਦੇ ਆਫਿਸ ਤੱਕ ਸੀਮਿਤ ਹੈ ਗੱਲ ਜਾਂ ਫਿਰ ਜੇਲ੍ਹ ਮੰਤਰੀ ਜਾਂ ਮੁੱਖ ਮੰਤਰੀ ਉਹਨਾਂ ਦੀ ਵੀ ਸ਼ਮੂਲੀਅਤ ਇਸ ਦੇ ਵਿੱਚ ਹੁੰਦੀ ਹੈ। देखो जी फस्ट ऑफ ऑल तो मैं एक बड़ा क्लीयर करदा अपने सारे जिन्ने दर्शक अज देख रहे ने कि मौजूदा सीएम साहब की ट्वीट नाल ना पुराने सीएम साहब की ट्वीट नाल या पुराने डिप्टी सीएम साहब की ट्वीट दे नाल कोई पैसे रिकवर नहीं होने जिहड़ी स्टार्ट ये गल कर रहे ने। हुण नैक्सट गल की है भी जद स्टेट है जिहड़ी जिवें स्टेट ऑफ पंजाब है यूपी गवर्नमेंट इस केस दे विच तुहानूं पता ही है बैकग्राउंड अंसारी केस च यूपी गवर्नमेंट सुप्रीम कोर्ट गई सी भी सानूं अंसारी दी कस्टडी दो और अंसारी दे इत्थे पंजाब दे विच एक एक्सटॉर्शन 10 करोड़ दे आई थिंक केस दे विच उहनूं नामजद करके जनवरी 19 तो लैके 21 तक ओह इत्थे रहा जी पंजाब दे विच। ਉਹਦੇ ਵਿੱਚ ਹੁਣ ਕੀ ਹੈ ਜੀ ਜਦ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਨੂੰ ਪਾਰਟੀ ਬਣਾਇਆ ਜਾਂਦਾ ਤੇ ਇਸ ਕੇਸ ਦੇ ਵਿੱਚ ਸੁਪਰਡੈਂਟ ਜੇਲ੍ਹ ਨੂੰ ਪਾਰਟੀ ਰੋਪੜ ਨੂੰ ਬਣਾਇਆ ਗਿਆ। ਉਹਨੇ ਇੱਕ ਚਿੱਠੀ ਲਿਖੀ ਆਪਣੇ ਜੇਲ੍ਹ ਮੰਤਰੀ ਨੂੰ ਕਿ ਜੀ ਮੈਨੂੰ ਸਰ ਸੁਪਰੀਮ ਕੋਰਟ ਦੇ ਵਿੱਚੋਂ ਸੰਮਨ ਆਏ ਨੇ ਮੈਂ ਅਪੀਅਰ ਹੋਣਾ। ਡਿਪਟੀ ਸੀਐਮ ਨੇ ਅੱਗੇ ਉਹ ਫਾਰਵਰਡ ਕਰਤੀ ਜਿਵੇਂ ਆਪ ਮੈਂ ਇੰਟਰਵਿਊ ਦੇਖ ਰਿਹਾ ਸੀ ਰੰਧਾਵਾ ਸਾਹਿਬ ਐਕਸਪਲੇਨ ਕਾਫੀ ਕੁਝ ਕਰ ਰਹੇ ਸੀ। ਉਹਨਾਂ ਨੇ ਸੀਐਮ ਨੂੰ ਭੇਜਤੀ ਸੀਐਮ ਜਿਹਨਾਂ ਕੋਲੇ ਹੋਮ ਦਾ ਡਾਇਰੈਕਟ ਚਾਰਜ ਸੀ ਤੇ ਉਹਨਾਂ ਨੇ ਆਪਣੇ ਆਪ ਚਿੱਠੀ ਲਿਖ ਕੇ ਕਿਹਾ ਵੀ ਡੂ ਦੀ ਨੀਡਫੁਲ। ਸੋ ਫਸਟ ਆਫ ਆਲ ਜਦ ਸਟੇਟ ਪਾਰਟੀ ਹੈ ਸਟੇਟ ਹੈਜ਼ ਟੂ ਬੀ ਡਿਫੈਂਡਡ। ਨੰਬਰ 1 यूपी गवर्नमेंट ਦੇ ਸੀਨੀਅਰ ਐਡਵੋਕੇਟ ਸੀ ਤੁਸ਼ਾਰ ਮਹਿਤਾ ਬਹੁਤ ਵੱਡਾ ਨਾਮ ਹੈ। अंसारी ਦੇ ਵਕੀਲ ਸੀ ਮੁਕੁਲ ਰੋਹਤਗੀ ਸੀਨੀਅਰ ਐਡਵੋਕੇਟ ਬੜਾ ਵੱਡਾ ਨਾਮ ਹੈ ਤੇ ਉਸੇ ਲਈ ਪੰਜਾਬ ਗਵਰਨਮੈਂਟ ਨੇ ਵੀ ਮੇਰੇ ਖਿਆਲ ਦੁਸ਼ਯੰਤ ਦਵੇ ਵਰਗੇ ਇੱਕ ਵੱਡੇ ਸੀਨੀਅਰ ਐਡਵੋਕੇਟ ਨੂੰ ਉਸ ਵੇਲੇ ਹਾਇਰ ਕੀਤਾ ਤੇ ਜਿਹੜੇ ਅੱਜ ਵੀ ਆਪਣੇ ਕੇਸਿਸ ਦੇ ਵਿੱਚ ਆਪ ਗਵਰਨਮੈਂਟ ਵੀ ਹਾਇਰ ਕਰਦੀ ਹੈ ਜਿਵੇਂ ਆਪ ਮਜੀਠੀਆ ਸਾਹਿਬ ਦੇ ਕੇਸ ਦਿੱਲੀ ਤੋਂ ਐਡਵੋਕੇਟ ਆਉਂਦੇ ਨੇ। ਸੋ ਇੱਕ ਗਵਰਨਮੈਂਟ ਦਾ ਇੱਕ ਪ੍ਰੋਸੀਜਰ ਹੈ। ਇਹ ਜਿਹੜੀ ਲਿਸਟ ਹੁੰਦੀ ਹੈ ਹੁਣ ਐਡਵੋਕੇਟਸ ਨੂੰ ਹਾਇਰ ਕਰਨ ਦੀ ਜੀ ਸੀਨੀਅਰ ਨੂੰ ਜਾਂ ਜੂਨੀਅਰ ਕੌਂਸਲ ਸੁਪਰੀਮ ਕੋਰਟ ਲਈ ਉਹ ਐਡਵੋਕੇਟ ਜਨਰਲ ਆਫਿਸ ਤੋਂ ਹੁੰਦੀ ਆ ਜਿਵੇਂ ਆਈ ਥਿੰਕ ਕਿ 3.5 ਲੱਖ ਰੁਪਇਆ ਪਰ ਅਪੀਅਰੈਂਸ ਹੈ ਸੀਨੀਅਰ ਐਡਵੋਕੇਟ ਦੀ ਪਰ ਅਪੀਅਰੈਂਸ ਫॉर ਅਪੀਅਰਿੰਗ ਇਨ ਆਨਰੇਬਲ ਸੁਪਰੀਮ ਕੋਰਟ। ਆ ਗੱਲ ਹੈ ਜੀ ਸਾਰਾ। ਹੁਣ ਜੋ ਵਿਵਾਦ ਮੈਨੂੰ ਲੱਗਦਾ ਹੈ ਇਹ ਲੱਗਦਾ ਵੀ ਇਧਰ ਦੁਸ਼ਯੰਤ ਦਵੇ ਜੀ ਨੇ ਕੋਈ ਗਵਰਨਮੈਂਟ ਨੂੰ ਨੋਟਿਸ ਭੇਜਿਆ ਕਿ ਉਹਨਾਂ ਦੇ ਜਿਹੜੇ ਡਿਊਜ਼ ਨੇ ਵਟ ਐਵਰ ਦੇ ਆਰ ਵੀ ਉਹ ਮੇਰੇ ਤੋਂ ਰਿਕਵਰ ਗਵਰਨਮੈਂਟ ਤੋਂ ਚਾਹੁੰਦੇ ਨੇ ਕਰਨਾ ਤੇ ਗਵਰਨਮੈਂਟ ਅੱਗੇ ਕੁਝ ਹੋ ਰਿਹਾ। ਸੋ ਪ੍ਰੋਸੈਸ ਇਦਾਂ ਜੀ ਇਦਾਂ ਹਾਇਰ ਹੁੰਦੇ ਨੇ ਇਦਾਂ ਐਂਗੇਜ ਹੁੰਦੇ ਨੇ ਐਡਵੋਕੇਟਸ ਇਨ ਸੁਪਰੀਮ ਕੋਰਟ। ਠੀਕ ਹੈ संधू साहब अगला सवाल यह है कि रिकवरी क्योंकि हुण जे ਜਿਹੜੇ ਸੀਨੀਅਰ ਵਕੀਲ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਦੁਸ਼ਯੰਤ ਦਵੇ ਜੀ ਦਾ ਕਿ ਉਹਨਾਂ ਨੂੰ ਤਾਂ ਉਹ ਤਾਂ ਗਵਰਨਮੈਂਟ ਦੇ ਨਾਲ ਐਸੋਸੀਏਟ ਸੀ ਕਿ ਉਹਨਾਂ ਨੇ ਤਾਂ ਗਵਰਨਮੈਂਟ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਸੇ ਇੰਡੀਵਿਜੂਅਲ ਦੇ ਨਾਲ ਗੱਲ ਤਾਂ ਨਹੀਂ ਕੀਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਗੱਲ ਕਰ ਰਹੇ ਸੀ ਜਾਂ ਫਿਰ ਉਹ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਨਹੀਂ ਕਰ ਰਹੇ ਸੀ ਉਹ ਮੁੱਖ ਮੰਤਰੀ ਨਾਲ ਜਾਂ ਜੇਲ੍ਹ ਮੰਤਰੀ ਨਾਲ ਜਾਂ ਡਿਪਟੀ ਸੀਐਮ ਨਾਲ ਗੱਲ ਕਰ ਰਹੇ ਸੀ। ਹੁਣ ਉਹਨਾਂ ਨੇ ਤਾਂ ਆਪਣਾ ਜੋ ਵੀ ਉਹਨਾਂ ਦੇ ਚਾਰजेस ਨੇ ਜਾਂ ਉਹਨਾਂ ਦੀ ਜੋ ਫੀਸ ਹੈ ਉਹ ਤਾਂ ਵਸੂਲਣਗੇ। ਹੁਣ ਪੁਆਇੰਟ ਇਹ ਹੈ ਕਿ ਕਾਨੂੰਨ ਦੇ ਵਿੱਚ ਕੋਈ ਤਜਵੀਜ਼ ਹੈ ਇਸ ਤਰੀਕੇ ਨਾਲ ਕਿ ਸਾਬਕਾ ਜਿਹੜੇ ਮੰਤਰੀ ਨੇ ਜਾਂ ਫਿਰ ਮੁੱਖ ਮੰਤਰੀ ਨੇ ਉਹਨਾਂ ਤੋਂ ਕਿਸੇ ਤਰੀਕੇ ਨਾਲ ਕੋਈ ਰਿਕਵਰੀ ਕੀਤੀ ਜਾਵੇ ਜਾਂ ਕਰਵਾਈ ਜਾ ਸਕੇ? ਦੇਖੋ ਜੀ ਰਿਕਵਰੀ ਫਸਟ ਆਫ ਆਲ ਕਿਤੋਂ ਹੁੰਦੀ ਹੈ ਜਿਹੜਾ ਬੰਦਾ ਡਿਲਿੰਕੁਐਂਟ ਹੈ। ਹੁਣ ਇਸ ਕੇਸ ਦੇ ਵਿੱਚ ਜੇ ਦੁਸ਼ਯੰਤ ਦਵੇ ਜੀ ਨੇ ਕੋਈ ਇਹਨਾਂ ਨੂੰ ਨੋਟਿਸ ਭੇਜਿਆ ਪੰਜਾਬ ਗਵਰਨਮੈਂਟ ਨੂੰ ਤਾਂ ਪੰਜਾਬ ਗਵਰਨਮੈਂਟ ਵਿੱਚ ਡਿਲਿੰਕੁਐਂਟ ਹੈ ਇਹ ਉਹਨਾਂ ਦੀ ਫੀਸ ਨਹੀਂ ਦੇ ਰਹੇ ਜੋ ਇਹਨਾਂ ਦੀ ਉਹਦਾ ਕੰਟਰੈਕਚੁਅਲ ਆਬਲੀਗੇਸ਼ਨ ਜੋ ਵਕਾਲਤਨਾਮਾ ਆਪਣਾ ਲੱਗਦਾ। ਸੋ ਦੇ ਹੀ ਕੈਨ ਗੋ ਟੂ ਦੀ ਕੋਰਟ ਉਹ ਆਪਣੀ ਸੀਪੀਸੀ ਦੇ ਅੰਡਰ ਜੀ ਆਰਡਰ 37 ਸਮਰੀ ਪ੍ਰੋਸੀਜਰ ਹੈ ਮੇਰੇ ਖਿਆਲ ਆਰਡਰ 4 ਦੇ ਵਿੱਚ ਹੈ ਜੀ ਹੀ ਕੈਨ ਉੱਥੇ ਜਾ ਕੇ ਆਪਣਾ ਸਿਵਲ ਸੂਟ ਪਾਉਣਗੇ ਦਿੱਲੀ ਦੇ ਵਿੱਚ ਕਿਉਂਕਿ ਉਹਨਾਂ ਦਾ ਬਿਜ਼ਨਸ ਉੱਥੇ ਆ ਉਹ ਉੱਥੇ ਅਪੀਅਰ ਹੁੰਦੇ ਨੇ ਤੇ ਗਵਰਨਮੈਂਟ ਨੂੰ ਉੱਥੇ ਅਪੀਅਰ ਹੋਣਾ ਪਊਗਾ। ਹੁਣ ਨੰਬਰ 2 ਤੇ ਜਿਹੜੀ ਗੱਲ ਆ ਗਈ ਰਿਕਵਰੀ ਦੀ ਜੀ ਫਰਮ ਐਮਐਲਏਜ਼ ਫਾਰਮਰ ਸੀਐਮਸ ਫਸਟ ਆਫ ਆਲ ਮੇਰੇ ਖਿਆਲ ਨਾਲ ਆਪ ਗਵਰਨਮੈਂਟ ਨੂੰ ਇਹ ਕਰਨਾ ਚਾਹੀਦਾ ਕਿ ਵੈਦਰ ਜਿਹੜਾ ਅੰਸਾਰੀ ਨੂੰ ਪੰਜਾਬ 'ਚ ਰੱਖਿਆ ਗਿਆ ਵੀ ਉਹ ਗਲਤ ਹੈ ਉਹਦੀ ਇਨਵੈਸਟੀਗੇਸ਼ਨ ਕੀ ਇਹਨਾਂ ਨੇ ਕੀਤੀ ਵੀ ਜਾਣ ਬੁੱਝ ਕੇ ਪੋਲੀਟੀਕਲ ਅਫੀਲੀਏਸ਼ਨ ਲਈ ਕਾਸੇ ਲਈ ਉਰੇ ਲੈ ਕੇ ਆਂਦਾ ਜੇ ਉਹ ਗੱਲ ਹੈ ਫਿਰ ਅੱਜ ਪਿੱਛੇ 23 ਅਪ੍ਰੈਲ ਨੂੰ ਚਾਰਜ ਸ਼ੀਟ ਕਿਉਂ ਦੇ ਦਿੱਤੀ ਅੰਸਾਰੀ ਦੇ ਉਸ ਕੇਸ 'ਚ ਮੋਹਾਲੀ ਕੋਰਟ ਦੇ ਵਿੱਚ ਚਾਰਜ ਸ਼ੀਟ ਵੀ ਦੇ ਦਿੱਤੀ ਤੇ ਅੰਸਾਰੀ ਸਾਹਿਬ ਰੌਲਾ ਪਾ ਰਹੇ ਨੇ ਵੀ ਮੈਨੂੰ ਜੀ ਉੱਥੇ ਵਕੀਲ ਦੇ ਵਕਾਲਤਨਾਮਾ ਸਾਈਨ ਨਹੀਂ ਕਰਨ ਦੇ ਰਹੇ। ਸੋ ਜੇ ਆਪਾਂ ਕਿਸੇ ਨੂੰ ਗਲਤ ਕਹਿਣਾ ਚਾਹੁੰਦੇ ਆ ਵੀ ਇਹਨਾਂ ਦਾ ਐਕਸਪੈਂਡੀਚਰ ਗਲਤ ਹੈ ਇਹ ਬੰਦੇ ਨੇ ਆ ਗਲਤੀ ਕੀਤੀ ਰਿਕਵਰੀ ਸੂਟ ਜ਼ਰੂਰ ਹੈ ਪਾ ਸਕਦੀ ਹੈ ਗਵਰਨਮੈਂਟ ਪਰ ਕਿਹੜੇ ਪ੍ਰੋਵੀਜ਼ਨ 'ਚ ਪਾਊਗੀ ਹੁਣ ਤੱਕ ਮੈਨੂੰ ਨਾ ਕੋਈ ਕੇਸ ਲਾਓ ਇਹੋ ਜਿਹਾ ਮੈਨੂੰ ਕੁਝ ਨਹੀਂ ਮਿਲਿਆ। ਹਾਂ ਇੱਕ ਐਕਸ ਸੀਐਮ ਦੇ ਰੈਂਟ ਰਿਕਵਰੀ ਦਾ ਕੇਸ ਮੈਨੂੰ ਪਤਾ ਹੋਵੇ ਤੁਹਾਨੂੰ ਪਤਾ ਹੀ ਆ ਕਾਫੀ ਚੱਲਿਆ ਤੇ ਬਾਅਦ ਵੇਵਰ ਵੀ ਕਰਤਾ ਸੀ ਗਵਰਨਮੈਂਟ ਨੇ ਉਹ ਪਰ ਉੱਥੇ ਕੀ ਉੱਥੇ ਡੈਲੀਕੁਐਂਸੀ ਪ੍ਰੂਵ ਹੁੰਦੀ ਆ ਵੀ ਉਹ ਓਵਰਸਟੇ ਕਰ ਗਏ ਜਿਵੇਂ ਆਪਣੇ ਕਈ ਐਮਪੀਜ਼ ਕਰ ਜਾਂਦੇ ਨੇ ਪਰ ਇਸ ਕੇਸ ਦੇ ਵਿੱਚ ਇੱਕ ਸਟੇਟ ਇੰਟਰਸਟ ਨੂੰ ਸੁਪਰੀਮ ਕੋਰਟ ਦੇ ਵਿੱਚ ਰੱਖਣ ਲਈ ਜੇ ਗਵਰਨਮੈਂਟ ਇੱਕ ਸੀਨੀਅਰ ਐਡਵੋਕੇਟ ਨੂੰ ਅੰਗੇਜ ਕਰਦੀ ਆ
ਤਾਂ ਮੇਰੇ ਖਿਆਲ ਨਾਲ ਉਹਦੇ ਵਿੱਚ ਤੁਸੀਂ ਇੱਕ ਸੀਐਮ ਨੂੰ, ਹੋਮ ਨੂੰ ਜਾਂ ਉਹਨਾਂ ਨੂੰ ਕਿਵੇਂ, ਉਹ ਇੱਕ ਆਫਿਸ ਹੈ, ਆਫਿਸ ਆ, ਉਹ ਬੰਦੇ ਨਹੀਂ ਗਏ। ਜਦ ਇੱਕ ਸੀਐਮ ਹੁੰਦਾ ਤਾਂ ਸੀਐਮ ਦਾ ਆਫਿਸ ਰਿਸਪੌਂਸਿਬਲ। ਹੁਣ ਉੱਥੋਂ ਰਿਕਵਰੀ ਕਿਵੇਂ ਹੋਊਗੀ? ਤਾਂ ਸਟੇਟ ਦਾ ਇੰਟਰਸਟ ਰੱਖ ਰਹੇ ਨੇ, ਜਾਂ ਤਾਂ ਉਹਨਾਂ ਨੇ ਕੋਈ ਝੂਠਾ ਦੁਸ਼ਯੰਤ ਦਵੇ ਜੀ ਦਾ ਬਿੱਲ ਬਣਾ ਕੇ ਆਪ ਪੈਸੇ ਖਾ ਲੇ ਤੇ ਬਿੱਲ ਉਹ ਜੇ ਦੇ ਕੇ ਲੈ ਕੇ ਤਾਂ ਰਿਕਵਰੀ ਕਰ ਸਕਦੇ ਆ। ਪਰ ਜੇ ਇੱਕ ਐਡਵੋਕੇਟ ਨੂੰ ਫੀਸ ਗਈ ਆ, ਉਹ ਹੁਣ ਆਪਣੀ ਫੀਸ ਮੰਗ ਰਿਹਾ, ਤੇ ਮੇਰੇ ਖਿਆਲ ਨਾਲ ਇਹਨਾਂ ਨੂੰ ਕਿਸੇ ਨੇ ਗਵਰਨਮੈਂਟ ਨੂੰ ਰਹਿ ਦਿੱਤੀ ਹੋਣੀ ਵੀ ਤੁਸੀਂ ਜੀ ਅੱਗੇ ਨੂੰ ਘੁਮਾ ਦਿਓ। ਜਿਵੇਂ ਆਪਾਂ ਕਹਿੰਦਾ 2020 ਗੇਮ, ਉਹ ਤੁਹਾਡੇ ਤੋਂ ਮੰਗ ਰਿਹਾ, ਤੁਸੀਂ ਕਹਿ ਦਿਓ ਇਸ ਤਾਂ ਸੀਐਮ ਤੋਂ ਲੈ ਕੇ ਫਾਰਮਰ ਤੋਂ ਦਵਾਂਗੇ ਜੀ। ਸੋ ਆਈ ਥਿੰਕ ਦਿਸ ਇਜ਼ ਦੀ ਮੈਟਰ। ਬਾਕੀ ਰੂਲ ਪ੍ਰੋਸੀਜਰ ਹੈਗਾ, ਸਿਵਲ ਪ੍ਰੋਸੀਜਰ ਕੋਡ ਹੈ ਜੀ ਪੂਰਾ, ਉਹਦੇ ਵਿੱਚ ਸਾਰਾ ਡਿਫਾਈਨਡ ਹੈ, ਡੈਲਿੰਕੁਐਂਟ ਵਰਡ ਹੈ। ਤੇ ਨਾਲ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਇੱਕ ਪੰਜਾਬ ਦਾ ਬੜਾ ਪੁਰਾਣਾ ਐਕਟ 1983 ਦਾ, ਉਹ ਹੈਗਾ ਜੀ ਪੰਜਾਬ ਪਬਲਿਕ ਮਨੀ ਰਿਕਵਰੀ ਐਂਡ ਡਿਊਜ਼ ਐਕਟ। ਪਰ ਉਹ ਵੀ ਮੈਂ ਪੜ੍ਹ ਕੇ ਦੇਖਿਆ ਜੀ, ਉਹ ਵੀ ਸਾਰਾ ਸਿਰਫ ਕਿਹਦਾ ਲੋਨ ਰਿਕਵਰੀ ਫਰਮ ਕਾਰਪੋਰੇਸ਼ਨਸ ਵਗੈਰਾ, ਵੀ ਜੇ ਗਵਰਨਮੈਂਟ ਕਿਸੇ ਨੂੰ ਲੋਨ ਐਡਵਾਂਸ ਕਰਦੀ ਹੈ ਤਾਂ ਉਹ ਰਿਕਵਰ ਕਰਨ ਦਾ। ਪਰ ਐਮਐਲਏਜ਼ ਐਮਪੀ ਤੋਂ ਐਸ ਸੱਚ ਕੋਈ ਪ੍ਰੋਵੀਜ਼ਨ ਨਹੀਂ ਗੀ। ਬਾਕੀ ਦੇਖਿਆ ਜਾਵੇ ਤਾਂ ਹੁਣ ਯੂਪੀ ਗਵਰਨਮੈਂਟ ਵੀ ਅੰਸਾਰੀ ਦੇ ਕੇਸ ਚ ਅੱਗੇ ਸੀਨੀਅਰ ਐਡਵੋਕੇਟ ਉੱਥੋਂ ਲੈ ਕੇ ਆਈ ਆ, ਠੀਕ ਹੈ ਨਾ ਜੀ, ਫਿਰ ਉਹ ਵੀ ਕੱਲ ਨੂੰ ਰਿਕਵਰ ਕਰਨਗੇ। ਬਾਕੀ ਰਹੀ ਗੱਲ ਜੀ ਇੱਕ ਪਬਲਿਕ, ਜਿਹਨੂੰ ਆਪਾਂ ਕਹਿੰਦੇ ਆ, ਮੈਂ ਮਾਨ ਸਾਹਿਬ ਦੀ ਉਹ ਲੈਟਰ ਦੇਖੀ ਆ ਵੀ ਪਬਲਿਕ ਇੰਟਰਸਟ ਨਹੀਂ ਦਾ। ਦੇਖੋ ਇੱਕ ਸਿਟੀਜ਼ਨ ਨੂੰ, ਇੱਕ ਰੈਜ਼ੀਡੈਂਟ ਆਫ ਪੰਜਾਬ ਮੋਹਾਲੀ ਦੇ ਨੂੰ 10 ਕਰੋੜ ਦੀ ਐਕਸਟੋਰਸ਼ਨ ਕਾਲ ਆਉਂਦੀ ਆ, ਠੀਕ ਹੈ ਜੀ, ਉਹਦੇ ਵਿੱਚ ਇੱਕ FIR ਹੁੰਦੀ ਆ। ਹੁਣ ਚਾਰਜਸ਼ੀਟ ਤੋਂ ਐਵਰੀ ਕੇਸ ਇਜ਼ ਅ ਪਬਲਿਕ ਅਪੀਲ, ਉਹਦੇ ਵਿੱਚ ਪਬਲਿਕ ਜਿਹੜਾ ਹੈਗਾ ਜੀ ਇੰਟਰਸਟ ਇਨਵੋਲਵਡ ਹੈ, ਕਿਉਂਕਿ ਐਕਸਟੋਰਸ਼ਨ ਹੈ, ਪਬਲਿਕ ਦੇ ਵਿੱਚ ਬੜੇ ਵਾਈਡਰ ਐਸਪੈਕਟ ਹੈ। ਜੇ ਉਹਨੂੰ ਇੱਥੇ ਨੇਲ ਨਾ ਕੀਤਾ ਤਾਂ ਹੋ ਸਕਦਾ 10 ਨੂੰ ਹੋਰ ਆ ਜਾਂਦੀਆਂ, ਜਾਂ ਫਿਰ ਇਹ ਕਹਿਣ ਵੀ ਅਸੀਂ ਇਨਵੈਸਟੀਗੇਸ਼ਨ ਕਰ ਲਈ, ਉਹ ਸਾਰਾ ਕੁਝ ਫਾਰਸ ਸੀ। ਫਿਰ ਤਾਂ ਉਦੋਂ ਦੇ ਮੌਜੂਦਾ DGP, SSP ਤੇ ਆਪਣੇ ਹੁਣ ਮੌਜੂਦਾ CM ਸਾਹਿਬ ਦੇ ਫਾਈਨੈਂਸ ਡਿਪਾਰਟਮੈਂਟ ਵੀ ਇਹਨਾਂ ਦੇ ਮਿੱਤਰ ਹੀ ਦੇਖਦੇ ਸੀ। ਫਿਰ ਤਾਂ ਸਾਰਾ ਕੁਝ ਹੀ ਉਵੇਂ ਖੁੱਲਦਾ ਜੀ। ਪਰ ਐਡਵੋਕੇਟ ਹੈ ਜਿਹੜੀ ਉਹਨੂੰ ਫੀਸ ਦਿੱਤੀ ਗਈ ਹੈ, ਦੈਟ ਇਜ਼ ਫਰਮ ਦੀ ਗਵਰਨਮੈਂਟ। ਹੁਣ ਉਹ ਰਿਕਵਰੀ ਐਜ਼ ਪਰ ਲਾਅ ਕਿਵੇਂ ਕੈਪਟਨ ਸਾਹਿਬ ਦੀ ਇਹ ਕਿਵੇਂ ਉਹਨਾਂ ਦੀ ਪੇ ਉਹਨਾਂ ਦੀ ਉਹ ਰੋਕ ਸਕਦੇ ਨੇ ਜੀ, ਪੈਨਸ਼ਨ, ਰੰਧਾਵਾ ਸਾਹਿਬ, ਬਿਕੋਜ਼ ਇਹ ਸਭ ਹੁੰਦਾ ਇੱਕ ਆਫਿਸ, ਤੁਹਾਡੀ ਆਫਿਸ ਦੀ ਇੱਕ ਸੀਲ ਹੁੰਦੀ ਹੈ, ਬੰਦਾ ਕੁਝ ਨਹੀਂ ਹੁੰਦਾ, CM ਦਾ ਆਫਿਸ ਹੈ, ਠੀਕ ਹੈ। ਸੋ ਪ੍ਰੋਸੀਜਰ ਇਜ਼ देयर, ਬਟ ਐਜ਼ ਸੱਚ ਅੱਜ ਦੀ ਡੇਟ 'ਚ ਇਹੋ ਜਿਹਾ ਕੋਈ ਪ੍ਰੋਸੀਜਰ ਨਹੀਂ। ਹਾਂ, ਕੱਲ ਪਰਸੋਂ ਦੇ ਅਖਬਾਰ ਦੇ ਵਿੱਚ ਵੀ ਆ ਵੀ ਕ੍ਰਿਕਟ ਮੈਚ ਦੀ ਸਿਕਿਉਰਿਟੀ ਲਈ 30 ਕਰੋੜ ਰੁਪਈਆ ਡਿਊ ਪਿਆ, ਉੱਥੇ ਬੰਦ ਹੈ, ਉੱਥੇ PCA ਤੋਂ ਗਵਰਨਮੈਂਟ ਲੈ ਸਕਦੀ ਹੈ ਬਿਕੋਜ਼ ਕੰਟਰੈਕਚੁਅਲ ਆਬਲੀਗੇਸ਼ਨ ਪ੍ਰੂਵ ਹੁੰਦੀ ਹੈ। ਇੱਥੇ CM ਸਾਹਿਬ ਨੇ ਸਿੱਧੇ ਤਾਂ ਕਿਸੇ ਨੂੰ ਅੰਗੇਜ ਕੀਤਾ ਨਹੀਂ। ਬਾਕੀ ਜੇ ਬਾਹਲੀ ਗੱਲ ਹੈ ਤਾਂ ਕੰਜ਼ਿਊਮਰ ਕੋਰਟ 'ਚ ਜਾਓ, ਕੋਈ ਡੈਫੀਸ਼ੀਐਂਸੀ ਇਨ ਸਰਵਿਸ ਨਹੀਂ, ਕੋਈ ਕੁਝ ਨਹੀਂ, ਸਟ੍ਰੇਟ ਇੰਟਰਸਟ ਰੱਖਣ ਲਈ ਐਡਵੋਕੇਟ ਹਾਇਰ ਕੀਤਾ, ਫੀਸ ਗਈ। ਆਈ ਥਿੰਕ ਦੇयर इज नो ਵੇ ਕਿ ਇਹ ਰਿਕਵਰੀ ਜਾਂ ਪੈਨਸ਼ਨ ਰੋਕ ਕੇ ਜਾਂ ਐ ਨਹੀਂ ਹੈ। ਬਾਕੀ ਟਵੀਟ, ਆਫਿਸ ਨੋਟਸ, ਇੱਕ ਦੂਜੇ ਨੂੰ ਤਲਖੀ, ਬਿਆਨਬਾਜ਼ੀ, ਜਿਹੜੀ ਕਿ ਅੱਜ ਦਾ ਪੋਲੀਟੀਕਲ ਲੈਵਲ ਇਹਨਾਂ ਲੋਕ ਚੱਲ ਦੇ ਰਹੇ ਆ, ਇਹਨਾਂ ਨੇ ਪੈਸੇ ਰਿਕਵਰ ਨਹੀਂ ਕਰਨੇ। ਉਹ ਤਾਂ ਬਹੁਤ ਕਲੀਅਰ ਹੈ ਕਿ ਹੁਣ ਕਿਸੇ ਟਵੀਟ ਦੇ ਨਾਲ ਤਾਂ ਕੁਝ ਨਹੀਂ ਹੋ ਜਾਣਾ, ਟਵੀਟ ਦੇ ਨਾਲ ਤਾਂ ਰਿਕਵਰੀ ਨਹੀਂ ਹੋਣੀ, ਉਹ ਤਾਂ ਪੂਰਾ ਪ੍ਰੋਸੈਸ ਹੈ ਜੋ ਵੀ ਸੰਵਿਧਾਨ ਦੇ ਮੁਤਾਬਿਕ ਹੈ, ਕਾਨੂੰਨ ਦੇ ਮੁਤਾਬਿਕ ਹੋਵੇਗਾ ਜੀ। ਮੈਂ ਸੰਧੂ ਜੀ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਤੁਹਾਡੇ ਤੋਂ, ਤੁਸੀਂ ਬਹੁਤ ਕੁਝ ਐਡ ਕੀਤਾ ਹੈ, ਪਰ ਗੱਲ ਇਹ ਹੈ ਕਿ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ, ਤੁਸੀਂ ਵੀ ਜ਼ਿਕਰ ਕੀਤਾ ਕਿ ਜਨਵਰੀ 2019 ਤੋਂ ਲੈ ਕੇ ਜਿਹੜਾ ਅੰਸਾਰੀ ਆ ਉਹ ਰੋਪੜ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ, ਉਸਨੂੰ ਰਿਹਾ ਉਹ जनवरी पूरा साल मतलब हो गया 2019, उस तो बाद 2020 पूरा हो गया। फिर ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਜੇਲ੍ਹ ਮੰਤਰੀ ਸੀ ਉਹਨਾਂ ਨੇ ਚਿੱਠੀ ਲਿਖੀ ਅਪ੍ਰੈਲ 2021 ਦੇ ਵਿੱਚ, ਜਾਂ ਕਰੀਬ 2.5 ਸਾਲ ਤੋਂ ਜ਼ਿਆਦਾ ਸਮਾਂ ਤੁਸੀਂ ਕਹਿ ਸਕਦੇ ਹੋ 3 ਸਾਲ ਤੱਕ ਤਾਂ ਮੁਖਤਾਰ ਅੰਸਾਰੀ ਪੰਜਾਬ ਦੀ ਜੇਲ੍ਹ ਦੇ ਵਿੱਚ ਰਿਹਾ। ਹੁਣ ਪੁਆਇੰਟ ਇਹ ਵੀ ਹੈ, ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਠੀਕ ਹੈ ਕਿਸੇ ਕੇਸ ਨੂੰ ਲੈ ਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਕਿ ਵਾਕਈ ਹੀ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਇੰਨਾ ਜ਼ਿਆਦਾ ਜ਼ਰੂਰੀ ਸੀ ਇੱਕ ਕੁਖਿਆਤ ਗੈਂਗਸਟਰ ਨੂੰ ਇੱਕ ਜਿਹੜੀ ਐਕਸਟੋਰਸ਼ਨ ਮਨੀ ਮੰਗੀ ਗਈ ਉਸ ਦੇ ਬਿਹਾਫ ਦੇ ਉੱਤੇ, ਕਿਉਂਕਿ ਆਲਰੇਡੀ ਯੂਪੀ ਦੇ ਵਿੱਚ ਬਹੁਤ ਸਾਰੇ ਕੇਸਿਸ ਸੀ ਉਸੇ, ਕਿ ਇਹ ਵਾਕਈ ਹੀ ਤਰਕ ਸੰਗਤ ਲੱਗਦਾ ਹੈ ਕਿ ਇੱਕ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਲਈ ਸੁਪਰੀਮ ਕੋਰਟ ਤੱਕ ਦਾ ਰੁਖ ਕਰ ਲਿਆ ਜਾਵੇ। ਕਿਉਂਕਿ ਪੈਰਲਲ ਲੋਕ ਅੱਜ ਕੰਪੇਅਰ ਕਰ ਰਹੇ ਨੇ, ਅੱਜ ਲਾਰੈਂਸ ਬਿਸ਼ਨੋਈ ਨਾਲ ਕੰਪੇਅਰ ਕੀਤਾ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਅਸੀਂ ਪੰਜਾਬ ਲੈ ਕੇ ਆਏ, ਪੰਜਾਬ ਪੁਲਿਸ, ਪੰਜਾਬ ਸਰਕਾਰ, ਉਸ ਤੋਂ ਬਾਅਦ ਕਈ ਵਾਰ ਉਸਨੂੰ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਜਿਹੜੇ ਕਦੇ ਤੁਸੀਂ ਕਹਿ ਸਕਦੇ ਹੋ ਦਿੱਲੀ ਲੈ ਗਏ ਜਾਂ ਫਿਰ ਰਾਜਸਥਾਨ ਵਾਲੇ ਲੈ ਗਏ, ਇਹ ਸਾਰੀਆਂ ਕਾਨੂੰਨੀ ਜਿਹੜੀਆਂ ਪ੍ਰਕਿਰਿਆਵਾਂ ਚੱਲਦੀਆਂ ਰਹਿੰਦੀਆਂ ਨੇ। ਜੀ ਫਸਟ ਆਫ ਆਲ ਇਹਦੇ ਵਿੱਚ ਇਹ ਜਨਵਰੀ 19 ਤੋਂ ਲੈ ਕੇ 4 ਮੇਰੇ ਖਿਆਲ 4 ਅਪ੍ਰੈਲ 2021 ਤੱਕ ਅੰਸਾਰੀ ਇੱਥੇ ਰਿਹਾ ਜੀ ਰੋਪੜ ਜੇਲ੍ਹ ਦੇ ਵਿੱਚ, ਤੇ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਸੀਗਾ ਜੀ 26 ਮਾਰਚ 21 ਦਾ ਵੀ 2 ਵੀਕਸ ਦੇ ਵਿੱਚ ਯੂਪੀ ਨੂੰ ਹੈਂਡਓਵਰ ਕਰੋ। ਔਰ ਕੇਸ ਹੋਇਆ ਕਿਉਂ, ਸਾਰਾ ਮੈਟਰ ਕਿਉਂ ਆਇਆ, ਜਦੋਂ ਇੱਥੇ ਕਿਡਨੈਪਿੰਗ ਦਾ ਕੇਸ, ਫਿਰ ਮੈਂ ਰੈਪੀਟੇਟਿਵ ਨਹੀਂ ਹੁੰਦਾ, ਜਦ ਯੂਪੀ ਗਵਰਨਮੈਂਟ ਸੀਨੀਅਰ ਅੰਗੇਜ ਕਰਕੇ ਸੁਪਰੀਮ ਕੋਰਟ ਗਈ, ਜੇਲ੍ਹ ਸੁਪਰਡੈਂਟ ਨੂੰ ਆਪ ਪਾਰਟੀ ਬਣਿਆ, ਉਦੋਂ ਇਹ ਸਾਰਾ ਮੈਟਰ ਚੱਲਿਆ। ਬਾਕੀ ਹੁਣ ਲਾਰੈਂਸ ਬਿਸ਼ਨੋਈ ਵਾਲੇ ਮੈਟਰ ਨੇ, ਹੋਰ ਵੀ ਕੋਈ ਨੇ, ਉਹਦੇ ਵਿੱਚ ਵੀ ਤਾਂ ਜੀ ਇੰਨਾ ਲਾਸ ਹੈ ਜਿਹੜਾ, ਜੇ ਆਪਾਂ ਕਹੀਏ ਵੀ ਉਹਨਾਂ ਨੂੰ ਇੱਕ ਲਾਅ ਦੀ ਪ੍ਰੋਸੈਸ ਚਲਾਉਣ ਲਈ, ਉਹਨਾਂ ਨੂੰ ਕੇਸਿਸ 'ਚ ਅਪੀਅਰ ਕਰਨ ਲਈ
ਉਹਨਾਂ ਦੀ ਟਰੈਵਲ, ਉਹਨਾਂ ਦੀ ਸਿਕਿਉਰਿਟੀ ਐਸ ਪਰ ਸੁਪਰੀਮ ਕੋਰਟ ਆ ਵੀ ਉਹਨੂੰ ਸਿਕਿਉਰਿਟੀ 'ਚ ਲੈ ਕੇ ਜਾਣਾ, ਫਿਰ ਤਾਂ ਆਪਾਂ ਕੱਲ ਨੂੰ ਕਹਾਂਗੇ ਜੀ ਇਹ ਵੀ ਵੇਸਟੇਜ ਆਫ ਪਬਲਿਕ ਬਣੀ ਗਿਆ ਵੀ ਗਵਰਨਮੈਂਟ ਨੇ ਅਪੀਲ ਕਿਉਂ ਨਹੀਂ ਪਾਈ ਵੀ ਇਹਨੂੰ ਬੁਲਟ ਪ੍ਰੂਫ ਦਾ ਇੰਨਾ ਖਰਚ ਜੀ, ਇਹਨਾਂ ਦਾ ਇਹ ਉਹ। ਦੇਖੋ ਜਿਹੜੀ ਇੱਕ ਲੀਗਲ ਪ੍ਰੋਸੈਸ ਆ, ਆਈ ਥਿੰਕ ਪੋਲਿਟਿਕਸ ਜਿੰਨੇ ਵੀ ਕਰਦੇ ਆ ਇਨਕਲੂਡਿੰਗ ਸੀਐਮ ਸਾਹਿਬ ਨੂੰ ਰਿਕੁਐਸਟ ਹੈ ਵੀ ਇਹਨੂੰ ਪਲੀਜ਼ ਆਪਾਂ ਲਾਅ ਨੂੰ ਲਾਅ ਰਹਿੰਦੀ ਹੈ ਤੇ ਪੋਲਿਟਿਕਸ ਨੂੰ ਪੋਲਿਟਿਕਸ ਰਹਿੰਦੀ ਹੈ। ਇੱਕ ਵੀ ਬੰਦੇ ਨੂੰ ਕੋਈ ਐਕਸਟੋਰਸ਼ਨ ਕਾਲ ਪੰਜਾਬ ਦੀ ਨੂੰ ਆਉਂਦੀ ਹੈ, ਇਟਸ ਅ ਮੈਟਰ ਆਫ ਪਬਲਿਕ ਇੰਟਰਸਟ, ਯੂ ਹੈਵ ਟੂ, ਜਿਵੇਂ ਕਹਿੰਦੇ ਨਾ ਵੀ ਪਹਿਲਾਂ ਹੀ ਦੱਬਣਾ ਪੈਣਾ। ਹੁਣ ਮੁਖਤਾਰੀ ਨੂੰ ਇੱਥੇ ਕਿੰਨਾ ਚਿਰ ਰੱਖਿਆ, ਉਹ ਕੋਰਟ ਦੇ ਆਰਡਰਸ ਹੋਣਗੇ ਜੀ, ਕੋਰਟਸ ਦੇ ਵਿੱਚ ਪ੍ਰੋਸੀਜਰ ਚੱਲਿਆ ਹੋਊਗਾ। ਐ ਤਾਂ ਨਹੀਂ ਵੀ ਯੂਪੀ ਸਿੱਧੀ ਯੂਪੀ ਗਵਰਨਮੈਂਟ ਸੁਪਰੀਮ ਕੋਰਟ ਚਲੇਗੀ, ਇੱਥੇ ਕੋਰਟਾਂ 'ਚ ਵੀ ਗਏ ਹੋਣਗੇ, ਦਲੀਲ ਵੀ ਰੱਖੀ ਗਈ ਹੋਊਗੀ, ਉਹ ਸਾਰੇ ਆਰਡਰਸ ਕੱਢ ਕੇ ਨਹੀਂ ਇਹ ਵੀ ਸੰਧੂ ਸਾਹਿਬ ਦੀ ਕੈਲੀਗੇਸ਼ਨਸ ਲੱਗ ਰਹੇ ਨੇ ਕਿ 55 ਵਾਰ ਨੋਟਿਸ ਭੇਜਿਆ ਗਿਆ। ਜੀ 55 ਵਾਰ ਨੋਟਿਸ ਭੇਜਿਆ ਗਿਆ, 55 ਵਾਰ ਨੋਟਿਸ। ਫਿਰ ਮੈਂ ਉਹੀ ਤਾਂ ਕਹਿ ਰਿਹਾ ਨਾ ਜੀ, ਜੇ ਉਹਨੂੰ ਗਲਤ ਰੱਖਿਆ ਗਿਆ, ਉਰੇ ਆਪਾਂ ਕਹਿੰਦੇ ਆ ਰੋਪੜ ਦੇ ਵਿੱਚ ਉਹਨੂੰ ਗਲਤ ਰੱਖਿਆ ਗਿਆ, ਇੱਕ ਦੇਖੋ ਨੋਟਿਸ ਕੀ ਹੈ, ਨੋਟਿਸ ਇੱਕ ਦੂਸਰੀ ਪਾਰਟੀ ਨੂੰ ਕਹਿਣਾ ਵੀ ਆ ਕਰੋ, ਉਹ ਕੋਰਟ ਦਾ ਆਰਡਰ ਤਾਂ ਨਹੀਂ ਸੀ ਨਾ ਕੋਈ। ਜੇ ਕੋਈ ਕੋਰਟ ਦਾ ਆਰਡਰ ਹੁੰਦਾ, ਨੋਟਿਸ ਤਾਂ ਹੁਣ ਆ ਜਿਵੇਂ ਟਵੀਟ ਨੂੰ ਹੀ ਨੋਟਿਸ ਦੱਸੀ ਜਾ ਰਿਹਾ। ਦੱਸੋ ਸੀਐਮ ਸਾਹਿਬ ਟਵੀਟ ਕਰ ਦਿੰਦੇ ਆ, ਰੰਧਾਵਾ ਸਾਹਿਬ ਰਿਪਲਾਈ ਕਰ ਦਿੰਦੇ ਨੇ, ਉਹ ਕਹਿੰਦਾ ਮੈਂ ਜਹਾਜ਼ ਚੜ੍ਹਨਾ, ਉਹਲਾ ਅੱਗੇ ਮਲਵਿੰਦਰ ਕੰਗੋ ਆਪ ਐਡਵੋਕੇਟ ਨੇ, ਉਹ ਕਹਿੰਦੇ ਅੱਲਾ ਤੁਹਾਨੂੰ ਟਵੀਟ ਭੇਜਤੀ। ਐ ਨੋਟਿਸ ਸਰਵ ਹੁੰਦੇ ਆ, ਨੋਟਿਸ ਕੋਰਟ 'ਚ ਹੁੰਦੇ ਆ, ਸਮਨ ਵਾਰੰਟ ਉੱਥੋਂ ਹੋਣਗੇ। ਨੋਟਿਸ ਤਾਂ ਇੱਕ ਦੱਸਣਾ ਬੰਦੇ ਨੂੰ ਵੀ ਤੁਹਾਡੇ ਅਗੇਂਸਟ ਆ ਚੀਜ਼ ਚੱਲਦੀ ਆ ਤੇ ਆ ਕਰੋ। ਜੇ ਉਹ ਨੋਟਿਸ ਆਉਂਦੇ ਤੇ ਨਹੀਂ ਭੇਜਦੇ ਤਾਂ ਤੇਰੀ ਆਪਣੀਆਂ ਰੈਪਰਕਸ਼ਨਸ ਹੋਣਗੀਆਂ। ਉਹ ਇਨਵੈਸਟੀਗੇਟ ਕਰਨਾ ਚਾਹੁੰਦੇ ਵੀ ਇੱਥੇ ਕੋਈ ਸਿੰਡੀਕੇਟ ਤਾਂ ਨਹੀਂ ਬਣੀ ਕੁਝ ਵੀ। ਹਾਂ ਜੇ ਉਹਨੂੰ ਗਲਤ ਰੱਖਿਆ, ਟੋਟਲੀ ਮੈਂ ਕਹਿੰਦਾ, ਮੈਂ ਐਗਰੀ ਹੁੰਦਾ ਸੀਐਮ ਸਾਹਿਬ ਨਾਲ, ਜੇ ਉਹ ਕਹਿੰਦੇ ਨੇ ਵੀ ਅਸੀਂ ਜੀ ਇਹ 'ਚ ਇਨਵੈਸਟੀਗੇਸ਼ਨ ਬੜੀ ਵੱਡੀ ਕੀਤੀ ਆ, ਵੀ ਉਹਨੂੰ ਟੋਟਲੀ ਪੋਲੀਟੀਕਲ ਰੀਜ਼ਨਸ ਜਾਂ ਗਲਤ ਰੀਜ਼ਨਸ ਕਰਕੇ ਰੋਪੜ ਜੇਲ੍ਹ 'ਚ ਰੱਖਿਆ ਗਿਆ, ਠੀਕ ਹੈ ਜੀ, ਤੇ ਨੋਟਿਸ ਨੂੰ ਦਰਜਕਾਰ ਕੀਤਾ ਗਿਆ, ਤਾਂ ਨੋਟਿਸ ਉਸ ਵੇਲੇ ਕਿਹਨੂੰ ਆਏ ਹੋਣੇ ਨੇ? ਉਸ ਵੇਲੇ ਤੇ ਡੀਜੀਪੀ ਸਾਹਿਬ ਨੂੰ, ਮੋਹਾਲੀ ਐਸਐਸਪੀ ਨੂੰ, ਆਈਜੀ ਰੇਂਜ ਹੋਣੇ। ਸੰਧੂ ਸਾਹਿਬ ਇੱਕ ਦੋ ਹੋਰ ਸਵਾਲ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਫਿਰ ਤਾਂ ਬੜੀ ਵੱਡੀ ਪ੍ਰੋਸੈਸ ਹੈ ਜੀ। ਨਹੀਂ ਠੀਕ ਹੈ, ਉਹ ਨੋਟਿਸ ਵਾਲਾ ਤਾਂ ਲੱਗ ਰਿਹਾ ਕਿ ਅਜੇ ਬਹੁਤ ਲੰਬੀ ਚਾਰਾ ਜੋ ਯੂਜ਼ ਦੇ ਵਿੱਚ ਹੈ, ਇੱਕ ਦੂਜੇ ਨੂੰ ਟਵੀਟ ਦੇ ਉੱਤੇ ਜ਼ਰੂਰ ਨਿਸ਼ਾਨੇ ਸਾਧੇ ਜਾ ਰਹੇ ਨੇ, ਪਰ ਵਾਕਈ ਹੁਣ ਨੋਟਿਸ ਜਾਂਦਾ ਹੈ ਜਾਂ ਫਿਰ ਰੰਧਾਵਾ ਸਾਹਿਬ ਕੋਈ ਨੋਟਿਸ ਭੇਜਦੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਕੋਈ ਨੋਟਿਸ ਭੇਜਦੇ ਨੇ, ਉਸ ਦੇ ਉੱਤੇ ਨਜ਼ਰ ਰਹੇਗੀ। ਪਰ ਸੰਧੂ ਸਾਹਿਬ ਕੋਈ ਤੁਹਾਨੂੰ ਕੇਸ ਇਸ ਤਰੀਕੇ ਨਾਲ ਨਜ਼ਰ ਆਉਂਦਾ ਹੈ, ਯਾਦ ਦੇ ਵਿੱਚ ਹੈ ਕੋਈ ਕਿ ਜਦੋਂ ਕਿਸੇ ਗੈਂਗਸਟਰ ਨੂੰ ਸੂਬੇ ਦੇ ਵਿੱਚ ਰੱਖਣ ਦੇ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੋਵੇ, ਬੜੇ ਮਹਿੰਗੇ ਵਕੀਲ ਹਾਇਰ ਕਰਕੇ ਕਿ ਨਹੀਂ ਅਸੀਂ ਨਹੀਂ ਦੂਜੀ ਸਟੇਟ ਦੇ ਵਿੱਚ ਜਾਣ ਦੇਣਾ। ਮੈਂ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਪੂਰੇ ਦੇਸ਼ ਦੇ ਵਿੱਚ ਕੋਈ ਅਜਿਹਾ ਕੇਸ ਪਿਛਲੇ 20-30-50 ਸਾਲ ਦੇ ਵਿੱਚ ਜਾਂ ਆਜ਼ਾਦੀ ਤੋਂ ਬਾਅਦ ਤੋਂ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਕਿ ਹਾਂ ਫਲਾਣੀ ਸਰਕਾਰ ਨੇ ਬੜੇ ਮਹਿੰਗੇ ਵਕੀਲ ਹਾਇਰ ਕਰਕੇ ਉਸ ਗੈਂਗਸਟਰ ਨੂੰ ਆਪਣੀ ਸੂਬੇ ਦੇ ਵਿੱਚ ਰੱਖਿਆ ਸੀ ਕਿ ਨਹੀਂ ਅਸੀਂ ਬਾਹਰ ਨਹੀਂ ਜਾਣ ਦੇਣਾ? ਜੀ ਜੀ ਹੁਣ ਦੇਖੋ ਇਸ ਕੇਸ ਦੇ ਵਿੱਚ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਯੂਪੀ ਗਵਰਨਮੈਂਟ ਨੇ ਕਿਹਾ ਜੀ ਇਹਨੂੰ ਸਾਨੂੰ ਹੈਂਡਓਵਰ ਕਰੋ। ਹੁਣ ਆਪਾਂ ਇੱਥੇ ਦੂਜਾ ਐਸਪੈਕਟ ਹੈ, ਇੱਥੇ ਅੰਸਾਰੀ ਨੇ ਆਪਣਾ ਵਕੀਲ ਵੀ ਕੀਤਾ, ਮੁਕੁਲ ਰੋਹਤਗੀ। ਆਪਾਂ ਉਸ ਵੇਲੇ ਨਿਊਜ਼ ਪੜ੍ਹਦੇ ਸੀ, ਉਹਨੇ ਵੀ ਸਪਸ਼ਟ ਸੀ ਵੀ ਮੈਨੂੰ ਜੀ ਯੂਪੀ ਦੀ ਜੇਲ੍ਹ 'ਚ ਮਾਰ ਦੇਣਗੇ, ਵੀ ਮੈਨੂੰ ਇੱਥੋਂ ਲਿਜਾ ਕੇ, ਜਿਵੇਂ ਕਿ ਗੁਜਰਾਤ ਤੋਂ ਪਿੱਛੇ ਜੇ ਕਿੰਨੀਆਂ ਅੰਡਰਟੇਕਿੰਗਸ ਦਿੱਤੀਆਂ ਗਈਆਂ, ਤੁਸੀਂ ਆਪ ਦੱਸੋ, ਮੈਂ ਚੈਨਲ ਤੇ ਕਹਿਣਾ। ਗੁਜਰਾਤ ਤੋਂ ਯੂਪੀ ਲੈ ਕੇ ਆਂਦਾ ਗਿਆ, ਰਸਤੇ 'ਚ ਕਿੰਨੀ ਪੈਟਰੋਲਿੰਗ ਲੱਗੀ, ਆਰਡਰ ਸੀ ਕੋਰਟ ਦੇ ਵੀ ਇਹਨੂੰ ਐ ਲੈ ਕੇ ਜਾਣਾ, ਕਾਫਲੇ 'ਚ ਕਿਤੇ ਰੁਕਣਾ ਨਹੀਂ। ਮੀਡੀਆ ਨੇ ਕਵਰੇਜ ਕੀਤੀ ਤੇ ਹਫ਼ਤੇ ਦੇ ਵਿੱਚ ਹੀ ਕੋਰਟ ਦੀ ਅਪੀਅਰੈਂਸ 'ਚ ਆ ਕੇ ਉਹਨੂੰ ਮਾਰਤਾ ਮੌਕੇ ਤੇ। ਸੋ ਇੱਥੇ ਇਕੱਲਾ ਪੰਜਾਬ ਦਾ ਵਕੀਲ ਜਿਹੜਾ ਹੈਗਾ ਹਾਇਰ ਕੀਤਾ ਹੋਇਆ, ਓਨਲੀ ਦੈਟ ਇਜ਼ ਨਾਟ ਇਹਨੂੰ ਰਿਪਲਾਈ ਕਰ ਰਿਹਾ, ਰਿਬਟ ਕਰ ਰਿਹਾ, ਪਰ ਉਹਦਾ ਅੰਸਾਰੀ ਦਾ ਵੀ ਐਡਵੋਕੇਟ ਸੁਪਰੀਮ ਕੋਰਟ ਦੇ ਵਿੱਚ ਹੈ, ਜਿਹੜੀਆਂ ਉਹਦੀਆਂ ਐਸਪਰਸ਼ਨ ਸੀਗੀਆਂ। ਦੈਨ ਸੁਪਰੀਮ ਕੋਰਟ ਨੇ ਪਾਸ ਕੀਤਾ ਆਰਡਰ ਵੀ 2 ਹਫ਼ਤੇ 'ਚ ਹੈਂਡਓਵਰ ਕਰੋ ਐਂਡ ਬੁਲਟ ਪ੍ਰੂਫ ਗੱਡੀਆਂ, ਪ੍ਰੋਪਰ ਪ੍ਰੋਸੀਜਰ ਉਹ ਵੀ ਫੇਰ ਫੋਲੋ ਕਰੋ। ਸੋ ਜਿਹੜੇ ਇਦਾਂ ਦੇ ਬਾਕੀ ਐਡਵੋਕੇਟਸ ਇੰਗੇਜ ਹੋਣੇ, ਮਹਿੰਗੇ ਤੋਂ ਮਹਿੰਗੇ, ਤੁਹਾਨੂੰ ਦੱਸਿਆ 3.5 ਲੱਖ ਰੁਪਇਆ ਫੀਸ ਹੈ। ਮੈਂ ਵੀ ਐਡਵੋਕੇਟ ਜਨਰਲ ਆਫਿਸ 'ਚ ਰਿਹਾ ਹਰਿਆਣੇ ਵੇਲੇ, ਸਾਡੇ ਵੇਲੇ ਥੋੜੀ ਜਿਹੀ ਦਿੱਲੀ ਵਾਲਿਆਂ ਦੀ ਘੱਟ ਹੁੰਦੀ ਸੀ। ਸੋ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ ਵੀ ਜਿੱਥੇ ਗਵਰਨਮੈਂਟ ਦਾ ਇੰਟਰਸਟ ਹੈ ਉੱਥੇ ਹੁਣ ਦੁਸ਼ਯੰਤ ਦਵੇ, ਤੁਸੀਂ ਤੁਸ਼ਾਰ ਮਹਿਤਾ, ਦੁਸ਼ਯੰਤ ਦਵੇ ਦੇ ਅਗੇਂਸਟ ਹੁਣ ਮੈਂ 15-16 ਸਾਲ ਦੀ ਪ੍ਰੈਕਟਿਸ ਵਾਲਾ ਤਾਂ ਕੱਢ ਨਹੀਂ ਸਕਦਾ। ਯੂ ਹੈਵ ਟੂ ਹੈਵ ਦੀ ਬੈਸਟ ਬ੍ਰੇਨ। ਹੁਣ ਬਿਕਰਮ ਮਜੀਠੀਆ ਸਾਹਿਬ ਦੇ ਕੇਸ 'ਚ ਸਾਡੇ ਲਰਨਡ ਏਜੀ ਸਾਹਿਬ ਟੌਪ 1 ਆਫ ਦੀ ਟੌਪ ਕ੍ਰਿਮੀਨਲ ਲਾਇਰ ਆ, ਉਹ ਕਿਉਂ ਨਾ ਅਪੀਅਰ ਹੋ ਗਏ? ਦਿੱਲੀ ਤੋਂ ਐਡਵੋਕੇਟ ਕਿਉਂ ਲੈਂਦੇ? ਸੋ ਇਹ ਪੋਲੀਟੀਕਲ ਡਿਬੇਟ ਮੈਨੂੰ ਜ਼ਿਆਦਾ ਲੱਗ ਰਹੀ ਆ ਵੀ ਐਵੇਂ ਹੀ ਨਾ ਜਿਵੇਂ ਆਪਾਂ ਟਵੀਟੋ ਟਵੀਟੀ, ਇਹ ਗਲਤ ਹੈ। ਰਿਕਵਰੀ ਹੋਣੀ ਲਾਅ ਦੇ ਨਾਲ, ਰਿਕਵਰੀ ਦਾ ਬੇਸਿਸ ਬਣਨਾ ਵੀ ਸਭ ਕੁਝ ਹੀ ਗਲਤ ਸੀ ਜੀ ਸ਼ੁਰੂ ਤੋਂ। ਜੇ ਸਭ ਕੁਝ ਗਲਤ ਸੀ ਤਾਂ ਮੈਂ ਕਹਿੰਦਾ ਰਿਸਪੌਂਸਿਬਿਲਿਟੀ ਫਿਕਸ ਕਰੋ। ਉਸ ਵੇਲੇ ਮੌਕੇ ਤੇ ਡੀਜੀਪੀ ਦੀ ਐਸਐਸ, ਕਿਉਂਕਿ ਪ੍ਰੋਸੈਸ ਉਹਦਾ ਨੇ ਚਲਾਈ ਆ, ਦੇ ਆਰ ਅਵੇਅਰ, ਚੀਫ ਸੈਕਟਰੀ ਦਾ ਚਿੱਠੀ ਲਿਖਤੀ, ਬਟ ਲਾਅ ਦਾ ਕਿਹਨੂੰ ਪਤਾ, ਐਫਆਈਆਰ ਕਿਹਨੇ ਕੱਟਣੀ ਹੈ, ਇਹ ਸਾਰਾ ਪੁਲਿਸ ਕੋਲੇ ਆ। ਉਹ ਤੋਂ ਬਾਅਦ ਐਡਵੋਕੇਟ ਹੁੰਦੇ ਰਹਿੰਦੇ ਆ, ਬਹੁਤ ਕੇਸਿਸ ਹੁੰਦੇ ਆ। ਫਿਰ ਤਾਂ ਕੱਲ ਨੂੰ ਜੇ ਸਰਕਾਰ ਕੇਸ ਹਾਰ ਜੂਗੀ ਤਾਂ ਕਹਿਣਗੇ ਸਰਕਾਰ ਜੀ ਠੀਕ ਹੈ। ਮਤਲਬ ਪੁਆਇੰਟ ਇਹੀ ਹੈ ਕਿ ਜਿਹੜੀ ਰਿਕਵਰੀ ਵਾਲੀ ਗੱਲ ਹੈ ਉਹ ਕਿਸ ਤਰੀਕੇ ਨਾਲ ਸਿਰੇ ਚੜ੍ਹਦੀ ਹੈ ਜਾਂ ਚੜ੍ਹਦੀ ਪਾਉਂਦੀ ਹੈ ਜਾਂ ਨਹੀਂ, ਉਸ ਦੇ ਲਈ ਪੂਰੇ ਤੱਥ ਤਾਂ ਦੱਸਣੇ ਹੋਣਗੇ ਜੋ ਤੁਸੀਂ ਜ਼ਿਕਰ ਕਰ ਰਹੇ ਹੋ। ਠੀਕ ਹੈ ਸੰਧੂ ਸਾਹਿਬ, ਮੇਰੇ ਕੋਲ ਅੱਜ ਸਮਾਂ ਇੰਨਾ ਹੀ ਸੀ। ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਬੜੀ ਤਫਸੀਲ ਦੇ ਨਾਲ ਤੁਹਾਡੀਆਂ ਜਿਹੜੇ ਪੁਆਇੰਟਸ ਨੇ ਉਹ ਜ਼ਰੂਰ ਤੁਹਾਡੇ ਤੱਕ ਪਹੁੰਚੇ, ਲੋਕਾਂ ਤੱਕ ਪਹੁੰਚੇ ਹੋਣਗੇ ਤੁਹਾਡੇ ਜ਼ਰੀਏ। ਔਰ ਸਵਾਲ ਇਹ ਜ਼ਰੂਰ ਹੈ ਕਿ ਆਖਿਰ
ਵਾਕਈ ਰਿਕਵਰੀ ਹੋ ਸਕੇਗੀ ਜਾਂ ਨਹੀਂ ਰਿਕਵਰੀ ਹੋ ਸਕੇਗੀ। ਸ਼ੁਕਰੀਆ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਲਈ।